ਹੁੱਕਾ ਪੰਜਾਬ ਦੇ ਵਿੱਚ ਬਿਲਕੁਲ ਬੈਨ ਆ ਜੀ, ਕਿਸੇ ਵੀ ਤਰ੍ਹਾਂ ਦਾ ਹੁੱਕਾ। ਜਦੋਂ ਅਸੀਂ ਮੌਕੇ 'ਤੇ ਰੇਡ ਕੀਤੀ ਤਾਂ ਸਾਨੂੰ ਚਲਦੀ ਹਾਲ ਦੇ ਵਿੱਚ 5 ਹੁੱਕੇ ਤੇ ਕਾਫੀ ਮਾਤਰਾ ਦੇ ਵਿੱਚ ਇਲੀਗਲ ਲਿਕਰ ਬਰਾਮਦ ਹੋਈ। ਕੁਛ ਟਾਈਮ ਪਹਿਲਾਂ, ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਉਦੋਂ ਵੀ ਇਜਿਪਸ਼ਨ 'ਤੇ ਰੇਡ ਕੀਤੀ ਸੀ। ਉਦੋਂ ਵੀ ਇੱਥੋਂ ਕਾਫੀ ਮਾਤਰਾ ਦੇ ਵਿੱਚ ਦਾਰੂ ਦੇ ਹੁੱਕੇ ਬਰਾਮਦ ਕੀਤੇ ਗਏ ਸੀ ਜੀ। ਅੰਮ੍ਰਿਤਸਰ ਦੇ ਵਿੱਚ ਹੁੱਕਾ ਬਾਰ ਬੰਦ ਕਰ ਦਿੱਤੇ ਗਏ ਨੇ, ਲੇਕਿਨ ਪੁਲਿਸ ਦੇ ਕਈ ਵਾਰ ਰੇਡ ਕਰਨ ਤੋਂ ਬਾਅਦ ਵੀ ਲੋਕ ਬਾਜ਼ ਨਹੀਂ ਆ ਰਹੇ ਤੇ ਲਗਾਤਾਰ ਹੁੱਕਾ ਜਿਹੜਾ ਹੈ ਚੱਲ ਰਿਹਾ। ਉਹ ਖਾਸ ਕਰਕੇ ਜਿਹੜੇ ਨਾਮੀ ਰੈਸਟੋਰੈਂਟ ਨੇ ਉਹ ਲਗਾਤਾਰ ਇਸ ਹੁੱਕਾ ਬਾਰ ਨੂੰ ਚਲਾ ਰਹੇ ਆ। ਤਾਂ ਬੀਤੀ ਰਾਤ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ, ਜਿਸ ਦੇ ਵਿੱਚ ਕਿ 2 ਸ਼ਹਿਰ ਦੇ ਨਾਮੀ ਹੁੱਕਾ ਬਾਰ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ, ਜਿਹਦੇ ਵਿੱਚ ਕਿ ਇੱਕ ਤਮਜ਼ਾਰਾ ਅਤੇ ਦੂਸਰਾ ਜਿਹੜਾ ਹੈ ਇਜਿਪਟੀਅਨ ਕੈਫੇ ਹੈ, ਉਸ ਦੇ ਉੱਤੇ ਬੀਤੀ ਰਾਤ ਇੱਕ ਵੱਡੀ ਰੇਡ ਕੀਤੀ ਗਈ ਤੇ ਉਸ ਦੇ ਵਿੱਚ ਹੁੱਕਾ ਬਾਰ ਜਿਹੜੇ ਬਰਾਮਦ ਕੀਤੇ ਗਏ ਤੇ ਉਸ ਦੇ ਵਿੱਚ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਤਾਂ ਹੁੱਕਾ ਬਾਰ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਹੁੱਕੇ ਪਏ ਨੇ ਉਹ ਬਰਾਮਦ ਕੀਤੇ ਗਏ ਨੇ। ਤੇ ਸਾਡੇ ਨਾਲ ਏਸੀਪੀ ਸਰਦਾਰ ਵਰਿੰਦਰ ਸਿੰਘ ਖੋਸਾ ਜੀ ਮੌਜੂਦ ਨੇ। ਖੋਸਾ ਸਾਹਿਬ, ਕੀ ਡਿਟੇਲਸ ਨੇ ਜੀ ਸਾਰੀਆਂ ਜਿਹੜੀਆਂ ਤੁਸੀਂ ਰੇਡ ਕੀਤੀ ਹੈ ਲਾਸਟ ਨਾਈਟ? ਬੀਤੀ ਰਾਤ ਜੀ ਸਾਨੂੰ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨਸ ਤੇ ਥਾਣਾ ਰਣਜੀਤ ਐਵਨਿਊ, ਇਹਨਾਂ ਦੋਨੋਂ ਦੀ ਸਾਨੂੰ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਕਲੱਬਸ ਬਾਰਸ ਜੋ ਕਿ ਵਿਦਆਊਟ ਐਕਸਾਈਜ਼ ਲਾਇਸੈਂਸ ਲਿਕਰ ਵੀ ਸਰਵ ਕਰਦੇ ਨੇ, ਇਸ ਤੋਂ ਇਲਾਵਾ ਹੁੱਕਿਆਂ ਦਾ ਸੇਵਨ ਵੀ ਕਰਾਉਂਦੇ ਨੇ। ਜਿਸ ਤੋਂ ਬਾਅਦ ਸਾਡੀ ਪਹਿਲਾਂ ਪੁਲਿਸ ਪਾਰਟੀ ਜੋ ਸਿਵਲ ਲਾਈਨ ਦੀ ਸੀ, ਉਹਨਾਂ ਨੇ ਤਮਜ਼ਾਰਾ ਨਾਈਟ ਕਲੱਬ ਦੇ ਨਾਮ 'ਤੇ ਇੱਕ ਕੋਈ ਕਲੱਬ ਆ ਮਾਲ ਰੋਡ 'ਤੇ, ਜਦੋਂ ਅਸੀਂ ਮੌਕੇ 'ਤੇ ਰੇਡ ਕੀਤੀ ਤਾਂ ਸਾਨੂੰ ਚਲਦੀ ਹਾਲ ਦੇ ਵਿੱਚ 5 ਹੁੱਕੇ ਤੇ ਕਾਫੀ ਮਾਤਰਾ ਦੇ ਵਿੱਚ ਇਲੀਗਲ ਲਿਕਰ ਬਰਾਮਦ ਹੋਈ। ਜਦੋਂ ਉਹਨਾਂ ਤੋਂ ਅਸੀਂ ਇਸ ਚੀਜ਼ ਦਾ ਐਕਸਾਈਜ਼ ਲਾਇਸੈਂਸ ਪ੍ਰੈਜ਼ੈਂਟ ਕਰਨ ਲਈ ਕਿਹਾ ਤਾਂ ਉਹ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਵੀ ਸਾਨੂੰ ਨਹੀਂ ਦਿਖਾ ਪਾਏ। ਜਿਸ ਤੋਂ ਬਾਅਦ ਅਸੀਂ ਇੱਥੋਂ ਦੇ ਮਾਲਕ ਜਿਨ੍ਹਾਂ ਦਾ ਨਾਮ ਲਵੀ ਸ਼ਰਮਾ, ਇੱਥੋਂ ਦੇ ਮੈਨੇਜਰ ਤੇ 2 EMPLOYE ਜਿਹੜੇ ਮੌਕੇ 'ਤੇ ਸਰਵ ਕਰ ਰਹੇ ਸੀ, ਚਾਰਾਂ ਦੇ ਖਿਲਾਫ ਐਕਸਾਈਜ਼ ਐਕਟ ਤੇ ਦਾ ਸਿਗਰਟਸ ਐਂਡ ਦਾ ਤੰਬਾਕੂ ਪ੍ਰੋਡਕਟਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕਰਕੇ ਦੋਨੋਂ EMPLOYEਜ਼ ਨੂੰ ਅਰੈਸਟ ਕੀਤਾ ਜੀ। ਜੋ ਸਾਡੀ ਦੂਸਰੀ ਰੇਡ ਆ, ਸਾਨੂੰ ਇਨਫੋਰਮੇਸ਼ਨ ਸੀ ਕਿ ਰਣਜੀਤ ਐਵਨਿਊ ਥਾਣੇ ਦੇ ਏਰੀਏ ਵਿੱਚ ਇੱਕ ਇਜਿਪਸ਼ੀਅਨ ਕੈਫੇ ਨਾਮ ਦਾ ਬਾਰ ਰੈਸਟੋਰੈਂਟ ਹੈ, ਜਿੱਥੇ ਜਦੋਂ ਮੌਕੇ 'ਤੇ ਰੇਡ ਕੀਤੀ ਸਾਨੂੰ ਚਲਦੀ ਹਾਲ ਦੇ ਵਿੱਚ 10 ਦੇ ਕਰੀਬ ਹੁੱਕੇ ਤੇ 20 ਦੇ ਕਰੀਬ ਇੰਗਲਿਸ਼ ਲਿਕਰਸ ਬਰਾਮਦ ਹੋਈ। ਇਹਨਾਂ ਤੋਂ ਵੀ ਜਦੋਂ ਐਕਸਾਈਜ਼ ਲਾਇਸੈਂਸ ਦੀ ਅਸੀਂ ਪ੍ਰੈਜ਼ੈਂਟ ਕਰਨ ਲਈ ਕਿਹਾ ਤਾਂ ਇਹ ਵੀ ਕੋਈ ਐਕਸਾਈਜ਼ ਲਾਇਸੈਂਸ ਕਿਸੇ ਤਰ੍ਹਾਂ ਦਾ ਨਹੀਂ ਦਿਖਾ ਪਾਏ। ਇਸ ਤੋਂ ਬਾਅਦ ਅਸੀਂ ਇੱਥੋਂ ਦੇ ਮਾਲਕ ਅਭਿਸ਼ੇਕ, ਇੱਥੋਂ ਦੇ ਮੈਨੇਜਰ ਕਿਸ਼ੋਰ ਚੰਦਰਾ ਤੇ ਜੋ EMPLOYE ਸਰਵ ਕਰ ਰਹੇ ਸੀ ਯਸ਼ਪਾਲ, ਇਹਨਾਂ ਤਿੰਨਾਂ ਦੇ ਖਿਲਾਫ ਐਕਸਾਈਜ਼ ਐਕਟ ਤੇ ਦਾ ਸਿਗਰਟਸ ਐਂਡ ਤੰਬਾਕੂ ਪ੍ਰੋਡਕਟ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਵਾ। ਇਸ ਦੇ ਵਿੱਚ EMPLOYE ਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਜੋ ਮਾਲਕ ਤੇ ਜੋ ਮੈਨੇਜਰ ਨੇ ਉਹਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਨੇ। ਸਰ, ਇਹਦੇ ਤੇ ਪਹਿਲਾਂ ਵੀ ਸਰ ਰੇਡ ਕੀਤੀ ਗਈ ਸੀ ਇਸ ਜਗ੍ਹਾ ਦੇ ਉੱਤੇ ਜੀ? ਕੁਛ ਟਾਈਮ ਪਹਿਲਾਂ, ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਉਦੋਂ ਵੀ ਇਜਿਪਸ਼ਨ 'ਤੇ ਰੇਡ ਕੀਤੀ ਸੀ। ਉਦੋਂ ਵੀ ਇੱਥੋਂ ਕਾਫੀ ਮਾਤਰਾ ਦੇ ਵਿੱਚ ਦਾਰੂ ਦੇ ਹੁੱਕੇ ਬਰਾਮਦ ਕੀਤੇ ਗਏ ਸੀ ਜੀ। ਪਰ ਸਰ, ਦਾਰੂ ਕਿਉਂ ਪਲਾਈ ਜਾ ਰਹੀ ਹੈ? ਇਹਦਾ ਕੋਈ ਲਾਇਸੈਂਸ, ਕਿਉਂਕਿ ਇਹ ਤੇ ਇੱਕ ਰੈਸਟੋਰੈਂਟਸ ਦੇ ਨਾਂ 'ਤੇ ਖੁੱਲ੍ਹੇ ਨੇ, ਪਰ ਉੱਥੇ ਦਾਰੂ ਕਿਵੇਂ ਪਰੋਸੀ ਜਾ ਸਕਦੀ? ਇਹ ਜੋ ਆਪਣੇ ਜੋ ਵੀ ਜਗ੍ਹਾ ਦਾ ਨਾਮ ਆ ਕੈਫੇ ਦੇ ਨਾਮ ਤੋਂ ਰੱਖਦੇ ਨੇ, ਬਟ ਅਗਰ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਐਕਸਾਈਜ਼ ਦਾ ਲਾਇਸੈਂਸ ਆ ਫਿਰ ਇਹ ਦਾਰੂ ਪਿਆ ਸਕਦੇ ਨੇ। ਅਗਰ ਇਹਨਾਂ ਕੋਲ ਸਿਰਫ ਫੂਡ ਦਾ ਲਾਇਸੈਂਸ ਆ, ਸਿਰਫ ਕੈਫੇ ਦਾ ਲਾਇਸੈਂਸ ਆ, ਤਾਂ ਇਹ ਦਾਰੂ ਦਾ ਸੇਵਨ ਨਹੀਂ ਕਰ ਸਕਦੇ। ਬਟ ਜਿਵੇਂ ਕਿ ਦੋਨੋਂ ਜਗ੍ਹਾ 'ਤੇ ਸਾਨੂੰ ਦਾਰੂ ਵੀ ਪਿਆਉਂਦੇ ਮਿਲੇ, ਦਾਰੂ ਬਰਾਮਦ ਵੀ ਹੋਈ ਹੈ, ਬਟ ਕਿਸ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਮਿਲਿਆ। ਇਸ ਕਰਕੇ ਇਹਨਾਂ ਦੇ ਉੱਤੇ 61/14 ਦੇ ਤਹਿਤ ਐਕਸਾਈਜ਼ ਐਕਟ ਦੇ ਤਹਿਤ ਵੀ ਮੁਕੱਦਮੇ ਰਜਿਸਟਰ ਹੋਏ ਆ ਜੀ। ਸਰ, ਇਹ ਕਾਰਨ ਕੀ ਇਸ ਤਰ੍ਹਾਂ ਦੇ ਕਿਉਂ ਕਰ ਰਹੇ ਨੇ ਇਹ ਕੰਮ ਲਗਾਤਾਰ? ਦੇਖੋ ਜੀ, ਇਹਦੇ ਵਿੱਚ ਤੁਸੀਂ ਜਿਵੇਂ ਹੁੱਕੇ ਦਾ ਲਗਾ ਲਓ, ਮੈਨੂੰ ਲੱਗਦਾ ਕਿ ਇੱਕ ਹੁੱਕਾ ਬਣਾਉਣ ਦੇ ਵਿੱਚ ਕੋਈ 50-100 ਰੁਪਏ ਦਾ ਖਰਚਾ ਆਉਂਦਾ ਹੋਊ ਤੇ ਬਟ ਇਹ 1500, 2000, 2500, 3000 'ਚ ਇਹ ਹੁੱਕਿਆਂ ਦਾ ਸੇਲ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਜੋ ਪ੍ਰੋਫਿਟ ਇਹਦੇ ਵਿੱਚ ਇੰਨਾ ਜ਼ਿਆਦਾ ਵਾ, ਉਸ ਕਰਕੇ ਇਹ ਇਸ ਚੀਜ਼ ਨਾਲ ਪ੍ਰਭਾਵਿਤ ਹੋ ਜਾਂਦੇ ਨੇ। ਬਟ ਜਦੋਂ ਅਸੀਂ ਕਸਟਮਰਸ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ, ਜੋ ਇਹਦੇ ਮਾਈਕਰੋ ਪਾਰਟੀਕਲਸ ਨੇ ਆਪਣੀ ਸਿਹਤ ਵਾਸਤੇ, ਆਪਣੇ ਲੰਗਸ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਨੇ। ਸੋ ਮੈਨੂੰ ਲੱਗਦਾ ਕਿ ਸਾਨੂੰ ਕਸਟਮਰਸ ਨੂੰ, ਜੋ ਸਾਡੇ ਜੋ ਨੌਜਵਾਨ ਜਾਂ ਨਾਬਾਲਗ ਬੱਚੇ ਆਉਂਦੇ ਨੇ, ਉਹਨਾਂ ਦੀ ਫੈਮਲੀਜ਼ ਨੂੰ, ਆਪਦੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵਾ ਕਿ ਉਹ ਇਸ ਚੀਜ਼ ਦਾ ਸੇਵਨ ਨਾ ਕਰਨ। ਤੇ ਅਗਰ ਚਲੋ ਉਹ ਸਮਝਾਉਣ ਵਾਲੀ ਗੱਲ ਆ, ਬਟ ਅਗਰ ਬਾਰ ਕਲੱਬ ਇਹ ਚੀਜ਼ ਤੋਂ ਨਹੀਂ ਰੁਕਣਗੇ ਤਾਂ ਅਸੀਂ ਇਹਨਾਂ ਨੂੰ ਡੀ ਸਾਹਿਬ ਨੂੰ ਲੈ ਕੇ ਇਹਨਾਂ ਨੂੰ ਪੂਰਨ ਤੌਰ 'ਤੇ ਸੀਲ ਵੀ ਕਰਾਵਾਂਗੇ ਜੀ। ਸਰ, ਇਹ ਸਰਕਾਰ ਵੱਲੋਂ ਬੈਨ ਹੈ ਬਿਲਕੁਲ ਹੁੱਕਾ ਬਾਰ? ਹੁੱਕਾ ਪੰਜਾਬ ਦੇ ਵਿੱਚ ਬਿਲਕੁਲ ਬੈਨ ਆ ਜੀ, ਕਿਸੇ ਵੀ ਤਰ੍ਹਾਂ ਦਾ ਹੁੱਕਾ। ਬਟ ਅਸੀਂ ਜੋ ਕੋਈ ਵੀ ਹੁੱਕਾ ਬਰਾਮਦ ਕਰਦੇ ਹਾਂ ਤਾਂ ਅਸੀਂ ਮੌਕੇ ਤੋਂ ਉਹਦਾ ਸੈਂਪਲ ਲੈਂਦੇ ਹਾਂ। ਅਗਰ ਸੈਂਪਲ ਦੇ ਵਿੱਚ ਕੋਈ ਫਲੇਵਰ ਹੀ ਆਉਂਦਾ ਤਾਂ ਦਾ ਸਿਗਰਟਸ ਐਂਡ ਤੰਬਾਕੂ ਪ੍ਰੋਡਕਟ ਰਹਿ ਜਾਂਦਾ। ਅਗਰ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਵੀ ਸੇਵਨ ਕਰਦੇ ਨੇ ਤੇ ਜੋ ਸਾਡਾ NDPS ਐਕਟ ਆ ਉਸ ਦੇ ਤਹਿਤ ਜੋ ਵੀ ਕੈਮੀਕਲ ਆ ਜਾਂ ਜੋ ਵੀ ਉਹਦੇ ਵਿੱਚ ਸਾਨੂੰ ਸਾਲਟ ਮਿਲਿਆ ਉਹਦੇ ਅੰਦਰ ਫਾਲ ਕਰਦਾ ਵਾ, ਤਾਂ ਅਸੀਂ ਬਾਅਦ ਦੇ ਵਿੱਚ NDPS ਐਕਟ ਦਾ ਵੀ ਵਾਧਾ ਕਰਦੇ ਇਹਦੇ ਵਿੱਚ। ਸਰ, ਇਹਦੇ ਵਿੱਚ ਫਿਲਹਾਲ ਦੇ ਸੈਂਪਲ ਭੇਜੇ ਜਾ ਰਹੇ ਨੇ? ਬਿਲਕੁਲ ਜੀ, ਦੋਨੋਂ ਜਗ੍ਹਾ ਤੋਂ ਜੋ ਹੁੱਕੇ ਬਰਾਮਦ ਹੋਏ ਨੇ ਉਹਨਾਂ ਦੇ ਉੱਪਰੋਂ ਅਸੀਂ ਲੈ ਕੇ ਸੈਂਪਲ FSL ਮੋਹਾਲੀ ਅਸੀਂ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਉਹਦੇ ਰਿਪੋਰਟ ਆਊਗੀ, ਨਸ਼ਾ ਹੈ ਉਹਦੇ ਵਿੱਚ ਜਾਂ ਨਹੀਂ ਹੈ, ਉਸ ਦੇ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਊਗੀ। ਸਰ, ਰੈਵਨਿਊ ਦਾ ਕਿੰਨਾ ਲਾਸ ਅਗਰ ਐਕਸਾਈਜ਼ ਦੀ ਗੱਲ ਕਰੀ, ਜਿਸ ਤਰ੍ਹਾਂ ਸ਼ਰਾਬ ਪਰੋਸੀ ਜਾਂਦੀ? ਤੁਸੀਂ ਦੇਖੋ ਜੀ, ਇਹ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲ ਐਕਸਾਈਜ਼ ਦਾ ਕੋਈ ਲਾਇਸੈਂਸ ਨਹੀਂ ਹੈ। ਉਸ ਤੋਂ ਬਾਅਦ ਇਲੀਗਲੀ ਦਾਰੂ ਵੀ ਪਤਾ ਨਹੀਂ ਕਿੱਥੋਂ ਖਰੀਦਦੇ ਨੇ, ਕੋਈ ਬਿੱਲ ਨਹੀਂ ਪ੍ਰੈਜ਼ੈਂਟ ਕਰ ਪਾਏ। ਸੋ ਮੈਨੂੰ ਲੱਗਦਾ ਗਵਰਨਮੈਂਟ ਦਾ ਵੀ ਕਾਫੀ ਲਾਸ ਹੈ, ਜੋ ਲੋਕਲ ਸਰਕਲ ਆ ਉਹਦਾ ਵੀ ਲਾਸ ਆ, ਤੇ ਇਸ ਦੇ ਵਿੱਚ ਜੋ ਇਲੀਗਲੀ ਪਿਆਉਂਦੇ ਨੇ ਕਸਟਮਰਸ ਉਹਨਾਂ ਨੂੰ ਵੀ ਨੁਕਸਾਨ ਹੈ ਜੀ। ਸਰ, ਹੁਣ ਇਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਜਿਹੜੀ ਹੈ ਜਿਹੜੀ ਅਮਲ 'ਚ ਲਿਆਂਦੀ ਗਈ?
ਬਿਲਕੁਲ ਜੀ, ਇਹਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਜੋ ਮੌਕੇ 'ਤੇ ਜੋ ਇਹਨਾਂ ਦੇ ਕਰਮਚਾਰੀ ਕੰਮ ਕਰ ਰਹੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ, ਤੇ ਜੋ ਵੀ ਇਹਨਾਂ ਦੇ ਮਾਲਕ ਮੈਨੇਜਰ ਉਹਨਾਂ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਨੇ। ਹੋਰ ਵੀ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਉਹਨਾਂ ਨੂੰ ਤੁਸੀਂ ਕੀ ਚੇਤਾਵਨੀ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਇਹੀ ਚੇਤਾਵਨੀ ਹੈ ਜੀ ਕਿ ਅਗਰ ਜਦੋਂ ਵੀ ਸਾਨੂੰ ਇਸ ਚੀਜ਼ ਦੀ ਕੋਈ ਇਨਫੋਰਮੇਸ਼ਨ ਮਿਲੀ ਤੁਹਾਡੇ 'ਤੇ ਵੀ ਰੇਡ ਹੋਊਗਾ, ਇਸ ਕਰਕੇ ਤੁਸੀਂ ਪਹਿਲਾਂ ਹੀ ਬਾਜ਼ ਆ ਜਾਓ, ਕਿਉਂਕਿ ਜੋ ਚੀਜ਼ ਲੀਗਲੀ ਗਲਤ ਆ, ਮੋਰਲੀ ਗਲਤ ਆ, ਇਥੀਕਲੀ ਗਲਤ ਆ, ਮੈਨੂੰ ਲੱਗਦਾ ਕਿ ਉਸ ਚੀਜ਼ ਦੇ ਵਿੱਚ ਤੁਹਾਨੂੰ ਨਹੀਂ ਪੈਣਾ ਚਾਹੀਦਾ। ਸੋ ਮੈਂ ਸਾਰਿਆਂ ਨੂੰ ਇਹੀ ਤਵੀਜ਼ ਕਰੂੰਗਾ ਕਿ ਜਿਸ ਚੀਜ਼ ਦਾ ਤੁਹਾਡੇ ਕੋਲ ਲੀਗਲੀ ਲਾਇਸੈਂਸ ਆ, ਕੋਈ ਸਰਵ ਕਰਨ ਦਾ, ਕੋਈ ਅਗਲਾ ਕੋਰ ਸਰਵ ਕਰਨ ਦਾ ਹੈ, ਤਾਂ ਹੀ ਤੁਸੀਂ ਉਸ ਐਕਸਾਈਜ਼ ਜਾਂ ਲਿਕਰ ਦੇ ਵਿੱਚ ਪਾਓ। ਅਗਰ ਤੁਸੀਂ ਇਲੀਗਲੀ ਕੋਈ ਵੀ ਕੰਮ ਕਰਦੇ ਹੋ ਤੁਹਾਡੇ ਖਿਲਾਫ ਮੁਕੱਦਮਾ ਵੀ ਰਜਿਸਟਰ ਹੋਊਗਾ, ਸਖਤ ਧਾਰਾਵਾਂ ਦੇ ਖਿਲਾਫ। ਤੇ ਸਰ ਇਹਦੇ ਵਿੱਚ ਜਿਹੜਾ ਹੈ ਐਕਸਾਈਜ਼ ਦਾ ਕਿਸੇ ਤਰ੍ਹਾਂ ਦਾ ਕੋਈ, ਕਿਉਂਕਿ ਰੈਸਟੋਰੈਂਟ ਨੇ ਕਿ ਬਾਰ ਨੇ, ਸਭ ਤੋਂ ਪਹਿਲਾਂ ਗੱਲ ਹੈ ਇਹ ਅਗਰ ਬਾਹਰ ਤਬ ਬਣਦਾ ਜੀ ਜਦੋਂ ਉਹਨਾਂ ਕੋਲ ਤੁਹਾਡੇ ਕੋਲ ਕੋਈ ਅਗਰ ਐਕਸਾਈਜ਼ ਦਾ ਲਾਇਸੈਂਸ ਹੁੰਦਾ ਵਾ। ਸੋ ਅਗਰ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਹੀ ਨਹੀਂ ਸੀਗਾ, ਸੋ ਮੈਂ ਇਹਨਾਂ ਨੂੰ ਬਾਹਰ ਨਹੀਂ ਕਹੂੰਗਾ, ਇਹ ਇਲੀਗਲੀ ਤੌਰ ਤੇ ਹੀ ਲਿਕਰ ਪਿਲਾ ਰਹੇ ਸੀ। ਤੇ ਲਿਕਰ ਵੀ ਸਰ ਸੀਜ਼ ਕੀਤੀ ਗਈ ਸਰ? ਬਿਲਕੁਲ ਜੀ, ਇੱਥੋਂ ਕਾਫੀ ਮਾਤਰਾ ਦੇ ਵਿੱਚ ਦੋਨੋਂ ਜਗ੍ਹਾ ਤੋਂ ਲਿਕਰ ਸੀਲ ਕੀਤੀ ਗਈ ਹੈ ਜੀ। ਕਿਹੜੀ ਵਾਈਨ, ਕਿਹੜੀ ਫੋਰਨ ਵਾਈਨ ਸੀ ਕਿ ਲੋਕਲ ਸੀ? ਅਲੱਗ-ਅਲੱਗ ਤਰ੍ਹਾਂ ਦੀਆਂ ਸੀ, ਕੁਝ ਫੋਰਨ ਵਾਈਨਸ ਵੀ ਸੀਗੀਆਂ ਜੀ, ਕੁਝ ਇੰਪੋਰਟਡ ਵੀ ਸੀਗੀਆਂ ਤੇ ਕੁਝ ਇੰਡੀਅਨ ਮੇਡ ਵੀ ਸੀਗੀਆਂ ਦੇ ਵਿੱਚ। ਕਹਿੰਦੇ ਤੈਅ ਸਮੇਂ ਤੇ ਲੇਟ ਵੀ ਚੱਲ ਰਿਹਾ ਸੀ ਰੈਸਟੋਰੈਂਟ, ਕਿਉਂਕਿ 11 ਵਜੇ ਦਾ ਟਾਈਮ ਪੁਲਿਸ ਵੱਲੋਂ ਅਸੀਂ ਜੋ ਰੇਡ ਵਿਦਿਨ ਟਾਈਮ ਹੀ ਕੀਤੀ ਹੈ, ਕਿਉਂਕਿ ਅਗਰ ਤਾਂ ਇਹਨਾਂ ਕੋਲ ਅਗਰ ਜਿਸ ਤਰ੍ਹਾਂ ਤਰੀਕੇ ਨਾਲ ਇਹ ਬਾਰ ਚਲਾ ਰਹੇ ਸੀ, ਬਾਰ ਦੇ ਵਿੱਚ ਅਗਰ ਤੁਸੀਂ ਕੰਸੈਸ਼ਨ ਫੀਸ ਭਰੀ ਹੋਈ ਹੈ ਤਾਂ ਤੁਸੀਂ 1 ਵਜੇ ਤੱਕ ਉਹਨੂੰ ਚਲਾ ਸਕਦੇ ਹੋ। ਸੋ ਸਾਡੀ ਰੇਡ ਕਰੀਬ 1 ਵਜੇ ਤੋਂ ਪਹਿਲਾਂ ਹੀ ਸੀਗੀ, ਤੇ ਬਟ ਅਗਰ ਇਹਨਾਂ ਕੋਲ ਬਾਰ ਨਹੀਂ ਸੀ ਸੋ 11 ਵਜੇ ਤੱਕ ਚਲਾ ਸਕਦੇ। ਅਗਰ ਇਹ 11 ਵਜੇ ਤੋਂ ਬਾਅਦ ਵੀ ਚਲਾਉਂਦੇ ਸੀ ਉਹ ਵੀ ਇਲੀਗਲ ਸੀ ਇਹਨਾਂ ਦਾ। ਬਿਲਕੁਲ, ਬਾਕੀਆਂ ਨੂੰ ਵੀ ਹੁਣ ਕਹੋਗੇ ਕਿ ਇਸ ਤਰ੍ਹਾਂ ਦੇ ਬੰਦ ਕਰ ਦਿੱਤੇ ਜਾਣ ਅੰਮ੍ਰਿਤਸਰ ਨੂੰ? ਬਿਲਕੁਲ ਜੀ, ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਵੀ ਕਰਦਾ ਵਾਂ ਤੇ ਤੁਹਾਨੂੰ ਅਗਾਹ ਵੀ ਕਰਦਾ ਵਾਂ ਕਿ ਅਗਰ ਇਹੋ ਜਿਹੀ ਚੀਜ਼ ਕਿਸੇ ਵੀ ਰੈਸਟੋਰੈਂਟ ਬਾਰ ਦੇ ਵਿੱਚ ਪਾਈ ਗਈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਸ਼ੁਕਰੀਆ। ਤਾਂ ਐਸਾ ਨੇ ACP ਵਰਿੰਦਰ ਸਿੰਘ ਖੋਸਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦਾ ਹੁੱਕਾ ਬਾਰ ਚਲਾ ਰਹੇ ਨੇ ਜਾਂ ਇਸ ਤਰ੍ਹਾਂ ਦੀ ਐਕਸਾਈਜ਼ ਨੂੰ ਰੂਲ ਨੂੰ ਤੋੜ ਕੇ ਸ਼ਰਾਬ ਪਿਲਾ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਏਗੀ। ਤਾਂ ਬੀਤੀ ਰਾਤ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਜਿਹਦੇ 2 ਜਿਹੜੇ ਰੈਸਟੋਰੈਂਟ ਸੀ ਜੋ ਕਿ ਆਪਣੇ ਆਪ ਨੂੰ ਇੱਕ ਬਾਰ ਦੇ ਰੂਪ 'ਚ ਕਨਵਰਟ ਕਰ ਚੁੱਕੇ ਸੀ, ਨਜਾਇਜ਼ ਤੌਰ ਦੇ ਉੱਤੇ ਐਕਸਾਈਜ਼ ਦੀ ਧੱਜੀਆਂ ਉਡਾ ਕੇ, ਨੀਮਾਂ ਦੀ ਧੱਜੀਆਂ ਉਡਾ ਕੇ ਉੱਥੇ ਜਿਹੜਾ ਹੈ ਸ਼ਰਾਬ ਵੇਚ ਰਹੇ ਸੀ, ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ। ਹੁਣ ਦੇਖਣਾ ਹੋਏਗਾ ਕਿ ਬਾਕੀ ਜਿਹੜੇ ਰੈਸਟੋਰੈਂਟ ਹੈ ਉਹ ਕਦੋਂ ਤੱਕ ਬਾਜ਼ ਆਉਂਦੇ ਨੇ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਇਹ ਕੰਮ ਚੱਲ ਰਿਹਾ। ਤਾਂ ਫਿਲਹਾਲ ਪੁਲਿਸ ਵੱਲੋਂ ਇਸ ਮੁਹਿੰਮ ਨੂੰ ਵਧਾਇਆ ਗਿਆ ਹੈ, ਤਾਂ ਇਸ ਦੇ ਵਿੱਚ 2 ਜਿਹੜੇ ਨਾਮੀ ਰੈਸਟੋਰੈਂਟ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਤਾਂ ਫਿਲਹਾਲ ਕੁਝ ਦੋਸ਼ੀ ਹਲੇ ਫਰਾਰ ਨੇ, ਉਹਨਾਂ 'ਤੇ ਵੀ ਜਲਦੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਕੈਮਰਾਮੈਨ ਰਵਨੀਤ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।